ਦੇਸ਼ ਦੇ ਚਾਰੋਂ ਪਾਸੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ MSP ਦੇਸ਼ ਦੇ ਵਿੱਚ ਚਾਲੂ ਰੱਖਿਆ ਜਾਏਗਾ। ਉਹ ਜਿਹੜੇ ਬੰਦੇ ਬਿਆਨ ਦੇ ਰਹੇ ਨੇ ਉਹਨਾਂ ਨੂੰ ਪਹਿਲਾਂ ਪੁੱਛ ਤੇ ਲਵੋ ਕਿ MSP ਹੁੰਦਾ ਕੀ ਹੈ। ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਭਾਸ਼ਣ ਦੇਣਾ ਸ਼ੁਰੂ ਕਰ ਦਿੰਦੇ ਨੇ, ਭਾਵੇਂ ਮੰਤਰੀ ਹੋਣ, ਭਾਵੇਂ ਚੁਣਿੰਦਾ ਰਾਜਨੇਤਾ ਹੋਣ। ਇਹਨਾਂ ਨੂੰ ਇਹ ਪੁੱਛੋ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਸੀਂ ਲਾਗੂ ਕਰ ਦਿੱਤੀ। ਪਹਿਲਾਂ ਇਹਨਾਂ ਨੂੰ ਇਹ ਤੇ ਪੁੱਛ ਲਵੋ ਕਿ ਸਵਾਮੀਨਾਥਨ ਦਾ ਕਮਿਸ਼ਨ ਸੀ, ਸਵਾਮੀਨਾਥਨ ਰਿਪੋਰਟ ਸੀ ਕਿ ਸਵਾਮੀਨਾਥਨ ਕੋਈ ਕਮੇਟੀ ਸੀ। ਪਹਿਲਾਂ ਤਾਂ ਇਹਨਾਂ ਨੂੰ ਇਹ ਹੀ ਨਹੀਂ ਪਤਾ ਹੈਗਾ। ਆਹ ਜੀ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ ਹੈਗੀ ਹੈ। ਸੁਪਰੀਮ ਕੋਰਟ ਦੇ ਵਿੱਚ ਸਰਕਾਰ ਕਹਿ ਰਹੀ ਹੈ ਕਿ ਇਹ ਲਾਗੂ ਨਹੀਂ ਕੀਤਾ ਜਾ ਸਕਦਾ। ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਅਸੀਂ ਤੁਹਾਡਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਤੁਹਾਡੀ ਲਾਗਤ ਤੋਂ 2 ਗੁਣਾ ਕਰ ਦਿੱਤਾ ਹੈਗਾ। ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਵੀ ਸਮਝਾਣ ਕਿਹਨੂੰ ਦਏ ਹੋ। ਜਿਨ੍ਹਾਂ ਦੇ DNA ਦੇ ਵਿੱਚ ਜਿਹੜੇ ਜਮਾਂਦਰੂ ਕਿਸਾਨ ਨੇ ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਭੁਲੇਖਾ ਪਾਇਆ ਜਾ ਰਿਹਾ ਕਿ ਤੁਹਾਡੀ ਅਸੀਂ ਆਮਦਨ 2 ਗੁਣਾ ਕਰ ਦੇਣੀ ਹੈ ਕਿਉਂਕਿ ਸਾਡਾ ਚੋਣ ਵਾਅਦਾ ਸੀਗਾ। ਪਹਿਲਾਂ ਤਾਂ ਇਹਨਾਂ ਨੂੰ ਇਹ ਪੁੱਛੋ ਕਿ MSP ਕੈਲਕੂਲੇਟ ਕੌਣ ਕਰਦਾ ਹੈ। ਜਿਹੜਾ ਕਾਸਟ ਪ੍ਰਾਈਸਿਸ ਕਮਿਸ਼ਨ ਹੈ, CACP ਕਮਿਸ਼ਨ ਫॉर ਐਗਰੀਕਲਚਰ ਪ੍ਰਾਈਸਿਸ, ਉਹਨੂੰ ਇਹ ਤੇ ਪਤਾ ਕਰ ਲਵੋ ਕਿ ਤੁਸੀਂ ਕਿਸ ਤਰ੍ਹਾਂ ਕੈਲਕੂਲੇਟ ਕੀਤੀ ਹੈ। ਹੁਣ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ 2018 ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਇਹਨੂੰ ਇੱਕ ਲਾਅ ਬਣਾ ਕੇ ਇਹਨੂੰ ਦੇਸ਼ ਵਿੱਚ ਲਾਗੂ ਕੀਤਾ ਜਾਵੇ, ਜਿਹਨੂੰ ਸਰਕਾਰ ਨੇ ਨਾ ਕਰ ਦਿੱਤੀ ਕਿ ਅਸੀਂ ਨਹੀਂ ਕਰਨਾ ਹੈਗਾ। ਤੇ ਫਿਰ ਤੁਸੀਂ ਕਿੱਦਾਂ ਕਹਿ ਰਹੇ ਹੋ ਕਿ MSP ਇਸ ਦੇਸ਼ ਵਿੱਚ ਚਾਲੂ ਰਹੇਗੀ। ਦੂਸਰੇ ਪਾਸੇ ਤੁਸੀਂ ਆਪਾ ਵਿਰੋਧੀ ਗੱਲ ਕਰੀ ਜਾ ਰਹੇ ਹੋ ਕਿ ਜਿਹੜੀ MSP ਹੈ ਸਾਰੇ ਦੇਸ਼ 'ਚ ਲੱਗੀ ਹੋਈ ਹੈ, ਅਸੀਂ ਉਹਦੇ ਨਾਲ ਛੇੜਖਾੜ ਕੋਈ ਨਹੀਂ ਕੀਤੀ। ਤੁਸੀਂ ਤੇ ਚੰਗੇ ਭਲੇ ਬਣੇ ਬਣਾਏ ਲਾਅ ਅਮੈਂਡ ਕਰ ਦਿੰਦੇ ਹੋ। ਜਿਸ MSP ਦਾ ਆਧਾਰ ਹੀ ਕੋਈ ਨਹੀਂਗਾ ਲੀਗਲ, ਉਹਨੂੰ ਤੁਸੀਂ ਕਿੱਦਾਂ ਚਾਰਜੀ ਰਹਿਣ ਦਿਓਗੇ। ਸੋ ਇਸ ਕਰਕੇ ਇੰਨਾ ਵੀ ਸਿਆਣਾ ਬੰਦੇ ਨੂੰ ਆਪਣੇ ਆਪ ਨੂੰ ਨਹੀਂ ਸਮਝ ਲੈਣਾ ਚਾਹੀਦਾ ਕਿ ਦੂਸਰਿਆਂ ਨੂੰ ਤੁਸੀਂ ਨਿਗਾਉਣਾ ਕਰਕੇ ਜਾਣੋ। ਇਹ ਉਹ ਕਿਸਾਨ ਹੈ ਜਿਨ੍ਹਾਂ 1960 ਦੇ ਵਿੱਚ ਦੇਸ਼ ਦੇ ਵਿੱਚ ਭੁੱਖਮਰੀ ਸੀ। ਆਪਾਂ ਵਿਦੇਸ਼ਾਂ ਵੱਲ ਮੂੰਹ ਚੁੱਕ ਕੇ ਵੇਖਦੇ ਸਨ। ਕਿੰਨੀਆਂ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਨੇ, ਕਿੰਨੀਆਂ ਫੋਟੋਆਂ ਪਈਆਂ ਨੇ ਕਿ ਕੈਂਪ ਲੱਗਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਭੁੱਖਮਰੀ ਦੇ ਵਿੱਚ ਇੰਨੇ ਪਰਿਵਾਰਾਂ ਨੂੰ ਦੇਣ ਲਈ ਤੁਸੀਂ ਆਪਣਾ ਯੋਗਦਾਨ ਪਾਓ। ਉਹਦੇ ਵਿੱਚ ਦੇਸ਼ ਦੀ ਮੋਹਰਲੀ ਕਤਾਰ 'ਚ ਨਾਰਥ ਇੰਡੀਆ ਦੇ ਕਿਸਾਨਾਂ ਨੇ, ਉੱਤਰੀ ਭਾਰਤ ਇਹਦੇ ਵਿੱਚ ਪੰਜਾਬ, ਹਰਿਆਣਾ, UP, ਰਾਜਸਥਾਨ, ਇਹਨਾਂ ਸਾਰਿਆਂ ਨੇ ਯੋਗਦਾਨ ਪਾਇਆ। 10 ਕੁਇੰਟਲ ਦੇ ਕੋਲ ਕਿਤੇ ਅਗਲੇ ਕਿਸਾਨ ਦੀ ਨਿਕਲਦੀ ਹੁੰਦੀ ਸੀ ਫਸਲ। ਅੱਜ 22, 24, 25 ਕੁਇੰਟਲ ਕੱਢ ਰਹੇ ਨੇ। ਜਿਹੜੀ ਉਸ ਜ਼ਮਾਨੇ 'ਚ 500 ਟਨ ਸਿਰਫ ਸਾਲਾਨਾ ਲਾਗਤ ਸੀਗੀ ਖਾਦਾਂ ਦੀ ਪੰਜਾਬ ਦੇ ਵਿੱਚ। ਅੱਜ ਹੋਣ ਵਾਲੇ ਜਿਹੜੇ ਸੀਜ਼ਨ ਦੇ ਵਿੱਚ 23 ਲੱਖ ਟਨ ਖਾਦ ਦੀ ਵਰਤੋਂ ਹੋ ਰਹੀ ਹੈ ਤਾਂ ਕਿ ਦੇਸ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਫਰ ਸਟਾਕ ਭਰੇ ਰਹਿਣ, ਅਗਲੇ ਸਾਲ ਲਈ ਵੀ ਫਸਲ ਪੂਰੀ ਹੋਵੇ ਔਰ ਸਾਨੂੰ ਕਿਸੇ ਵਿਦੇਸ਼ ਵੱਲ ਵੇਖਣਾ ਨਾ ਪਵੇ। ਹਾਂ, ਲੋੜ ਪਏ ਅਨੁਸਾਰ ਕਿਸੇ ਗਰੀਬ ਕੰਟਰੀ ਦੀ ਜਿੱਥੇ ਭੁੱਖਮਰੀ ਦਾ ਸ਼ਿਕਾਰ ਨੇ ਉੱਥੇ ਅਸੀਂ ਅੰਨ ਭੇਜ ਸਕੀਏ। ਸਾਡਾ ਬਫਰ ਸਟਾਕ ਹੈ ਉਹ ਕਦੇ ਅੱਜ ਤੱਕ ਘਟਿਆ? ਕਿਤੇ ਇੱਕ ਸਾਲ ਕ੍ਰੌਪ ਫੇਲੀਅਰ ਹੋ ਗਈ, ਲੈਣੇ ਕੇ ਦੇਣੇ ਪੈ ਜਾਣਗੇ ਦੇਸ਼ ਨੂੰ। ਸਾਡਾ 20 ਮਿਲੀਅਨ ਟਨ ਦੇ ਕੋਲ ਸਾਡਾ ਬਫਰ ਸਟਾਕ ਚਾਹੀਦਾ ਹੁੰਦਾ। ਉਹ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਲਈ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਵਾਲੇ ਨੇ ਜਾਂ ਕੁਝ ਚੁਣਿੰਦਾ ਟਾਰਗੇਟਡ ਸਿਸਟਮ ਦੇ ਵਿੱਚ ਹੈਗੇ ਨੇ, TAPDS ਦੇ ਵਿੱਚ, ਟਾਰਗੇਟਡ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ, ਉਹਨਾਂ ਲਈ ਇਹ ਰਾਖਵੀਂ ਰੱਖੀ ਜਾਂਦੀ ਹੈ ਖਾਦ ਪਦਾਰਥ। ਤੇ ਜੇ ਤੁਸੀਂ ਉਹਨੂੰ ਵੀ ਹਟਾਉਣਾ ਚਾਹੁੰਦੇ ਹੋ ਤੇ ਇਹ ਪਤਾ ਨਹੀਂ ਤੁਸੀਂ ਕਿਹਦੇ ਸਲਾਹਕਾਰ ਨੇ ਤੁਹਾਡੇ ਤੇ ਕਿੰਨਾ ਲੋਕਾਂ ਦੇ ਤੁਸੀਂ ਇੰਪਲੀਮੈਂਟ ਕਰ ਰਹੇ ਹੋ। ਜੇ 70 ਸਾਲ ਇਹ ਦੇਸ਼ ਸਰਵਾਈਵ ਕੀਤਾ ਹੈ, ਹੁਣ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਇਹਨਾਂ ਲੋਕਾਂ ਨੇ ਪਹਿਲਾਂ ਕਿਉਂ ਨਾ ਵੋਟ ਪਾਈ। ਇਹਨਾਂ ਚੀਜ਼ਾਂ ਕਰਕੇ ਹੀ ਉਹ ਲੋਕ ਸਮਝਦਾਰ ਸਨ। ਅੱਜ ਤੁਸੀਂ ਲੋਕਤੰਤਰ ਦੇ ਘੋੜੇ ਦੇ ਉੱਤੇ ਚੜ੍ਹ ਕੇ ਹਰ ਸਮਾਜ ਦੇ ਵਰਗ ਨੂੰ ਦੱਬਣਾ ਚਾਹੁੰਦੇ ਹੋ। ਇਹ ਕੋਈ ਦੇਸ਼ ਲਈ ਲਾਹੇਵੰਦਾ ਨਹੀਂਗਾ। ਦੁਨੀਆ ਦੇ ਵਿੱਚ ਵੇਖੋ ਦੇਸ਼ ਦਾ ਕਿੰਨਾ ਮਾਣ ਸਨਮਾਨ ਨੂੰ ਠੇਸ ਪਹੁੰਚ ਰਹੀ ਹੈ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਰਾਜਧਾਨੀ ਨੂੰ ਘੇਰਾ ਪਾ ਕੇ ਬੈਠੇ ਨੇ ਸਿਰਫ ਇੱਕ ਆਪਣੀ ਸ਼ਾਂਤਮਈ ਰੋਸ ਧਰਨੇ ਨਾਲ। ਔਰ ਉਹ ਕਿਸਾਨ ਜਿਹੜਾ ਸੱਪ ਨਿਕਲਦੇ ਨੂੰ ਉਹਦੀ ਸਿਰੀ ਮਿੱਧ ਕੇ ਮਾਰ ਦਿੰਦਾ। ਉਸ ਬੰਦੇ ਨਾਲ ਦੇਖੋ, ਉਹਨਾਂ ਬੱਚਿਆਂ ਵੱਲ ਵੇਖੋ, ਉਹਨਾਂ ਬੀਬੀਆਂ ਵੱਲ ਵੇਖੋ, ਉਹਨਾਂ ਬਜ਼ੁਰਗਾਂ ਵੱਲ ਵੇਖੋ। ਕਿਸੇ ਨੇ ਮਿੰਨਤ ਤਰਲਾ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਕਰਨਾ ਹੈ। ਕਿਉਂ? ਉਹਨਾਂ ਦਾ ਹੱਕ ਬਣਦਾ ਇਹ ਗੱਲ ਕਰਨ ਦਾ। ਅੱਜ ਤੁਸੀਂ ਇਹ ਗੱਲਾਂ ਕਰਨੀਆਂ ਸ਼ੁਰੂ ਕਰਦੇ ਹੋ ਕਿ ਹਮ ਆਪਕੇ ਬਿਹਤਰੀ ਕੇ ਲਈ ਗੱਲ ਕਰ ਰਹੇ ਹਾਂ। ਕਾਹਦੀ ਬਿਹਤਰੀ ਕਰ ਰਹੇ ਹੋ? ਇਹ ਜੀ ਤੁਹਾਡੀ ਜ਼ਮੀਨ ਨਹੀਂ ਖੋਏਗਾ ਕੋਈ, ਇਹਦਾ ਮਤਲਬ ਇਹ ਸਾਡਾ ਫਾਇਦਾ ਕਰ ਰਹੇ ਹੋ। ਇਹਦਾ ਮਤਲਬ ਤੁਹਾਡੇ ਮਨ 'ਚ ਕਿਤੇ ਨਾ ਕਿਤੇ ਖਦਸ਼ਾ ਹੈਗਾ ਕਿ ਇਹਨਾਂ ਕਾਨੂੰਨਾਂ ਦੇ ਨਾਲ, ਖੇਤੀ ਬਿੱਲਾਂ ਦੇ ਨਾਲ ਜ਼ਮੀਨ ਖੋਈ ਜਾਣੀ ਹੈ। ਤੁਹਾਨੂੰ ਜੀ ਇੱਕ ਮੰਡੀ ਇੱਕ ਰਾਸ਼ਟਰ ਕਰ ਦਿਆਂਗੇ। ਉਹ ਇੱਥੇ ਤੇ 5 ਕਿਲੋਮੀਟਰ ਕਿਸੇ ਕਿਸਾਨ ਦੀ ਸਮਰੱਥਾ ਨਹੀਂ ਹੁੰਦੀ ਇੱਕ ਮੰਡੀ ਦੇ ਵਿੱਚੋਂ ਦੂਜੀ ਮੰਡੀ 'ਚ ਆਪਣੀ ਫਸਲ ਲੈ ਕੇ ਜਾਣ ਦੀ।
ਤੁਸੀਂ ਕਹਿ ਰਹੇ ਹੋ ਏਕ ਮੰਡੀ, ਤੁਹਾਡੀਆਂ ਆਪਣੀਆਂ ਰਾਜ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਰਾਜਸਥਾਨ ਤੋਂ ਨਹੀਂ ਆਣ ਦੇ ਰਹੀਆਂ ਝੋਨਾ, ਬਾਜਰਾ ਨਹੀਂ ਆਣ ਦੇ ਰਹੀਆਂ। ਹਰਿਆਣੇ 'ਚ ਸਖਤੀ ਨਾਲ ਆਰਡਰ ਲਾਗੂ ਕੀਤੇ ਨੇ, ਉੱਤਰਾਖੰਡ ਤੋਂ, ਯੂਪੀ ਤੋਂ, ਹਰਿਆਣੇ 'ਚ ਨਹੀਂ ਆ ਰਿਹਾ ਕਿਉਂਕਿ ਇੱਥੇ MSP ਮਿਲ ਸਕਦਾ ਹੈ। ਤੁਸੀਂ ਗੱਲਾਂ ਕਰ ਰਹੇ ਹੋ ਏਕ ਰਾਸ਼ਟਰ, ਏਕ ਮੰਡੀ, ਏਕ ਕਿਸਾਨ। ਫਿਰ ਤੁਸੀਂ ਕਹਿ ਰਹੇ ਹੋ ਕਿ ਇਸ ਨਾਲ ਕਿਸਾਨ ਨੂੰ ਟੈਕਸ ਨਹੀਂ ਦੇਣਾ ਪਏਗਾ। ਇਸ ਤੋਂ ਵੱਡਾ ਕੀ ਝੂਠ ਫੈਲਾਇਆ ਜਾ ਸਕਦਾ? ਸਾਨੂੰ ਤਾਂ ਇੰਨੇ ਸਾਲ ਕਿਸਾਨੀ ਕਰਦਿਆਂ ਹੋ ਗਏ ਨੇ, 70 ਸਾਲਾਂ 'ਚ ਸਾਡੇ ਕੋਲੋਂ ਤਾਂ ਕਦੇ ਕਿਸੇ ਟੈਕਸ ਕਿਸਾਨ ਨੇ ਤੇ ਕਦੇ ਟੈਕਸ ਦੇਣਾ ਹੀ ਨਹੀਂ ਹੁੰਦਾ। ਉਹ ਤੇ ਜਿਹੜਾ ਪਰਚੇਜ਼ਰ ਹੋਏਗਾ ਉਹਨੇ ਟੈਕਸ ਦੇਣਾ ਹੁੰਦਾ ਹੈ। ਅੱਜ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਨੂੰ ਹਮਨੇ ਟੈਕਸ ਮੁਕਤ ਕਰ ਦਿਆ। ਉਹੋ ਜੀ ਤੁਹਾਡੀ ਫੌਜ ਦਾ ਲਾਣਾ ਬਾਣਾ ਹੈ, ਉਹ ਚਾरों ਪਾਸੇ ਚਰਚਾ ਕਰੀ ਫਿਰਦੇ ਜੀ, किसानों को हमने इतनी दूर से ला के यहाँ आज ये दिन दिखाया कि किसान को अपनी फसल बेचने के लिए टैक्स नहीं देना पड़ेगा। ਇੰਨਾ ਕੂੜ ਪ੍ਰਚਾਰ ਕਰੀ ਜਾ ਰਹੇ ਹੋ। ਤੁਸੀਂ ਪ੍ਰਾਈਵੇਟ ਮੰਡੀਆਂ ਨੂੰ ਪ੍ਰਮੋਟ ਕਰ ਰਹੇ ਹੋ, ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜੇ ਵਿਚੋਲੀਏ ਨੇ ਉਹਨਾਂ ਨੂੰ ਅਸੀਂ ਖਤਮ ਕਰ ਦਿਆਂਗੇ। ਉਹ ਵਿਚੋਲੀਏ ਹੈ ਕਿੱਥੇ ਨੇ? ਤੁਸੀਂ ਆੜਤੀਏ ਨੂੰ ਵਿਚੋਲੀਆ ਬਣਾਤਾ, ਕਿਸਾਨ ਨੂੰ ਕਹਿਤਾ ਕਿ ਵਿਚੋਲੀਏ ਦੇ ਨਾਲ ਸਾਥ ਦੇ ਕੇ ਉਹਦਾ ਫਰੰਟਮੈਨ ਬਣਿਆ। ਪਹਿਲਾਂ ਇਹ ਚੈੱਕ ਕਰੋ, ਮੈਂਡੇਟ ਚੈੱਕ ਕਰੋ, ਉਹਦਾ ਅਧਿਕਾਰ ਖੇਤਰ ਚੈੱਕ ਕਰੋ। ਆੜਤੀਆ ਹੁੰਦਾ ਕੀ ਹੈ? ਆੜਤੀਆ ਇੱਕ ਸਰਵਿਸ ਪ੍ਰੋਵਾਈਡਰ ਹੈ। FCI ਨੇ ਜਦੋਂ ਕਣਕ, ਝੋਨਾ ਜਾਂ ਕੋਈ ਹੋਰ ਜਿਹੜੀ ਫਸਲ ਹੈ ਉਹ ਖਰੀਦਣੀ ਹੈ, ਉਹ ਕਿਸੇ ਫੜ ਤੇ ਜਾ ਕੇ ਵਿਕੇਗੀ? ਉਹਨੇ ਸਾਫ਼ ਸਫਾਈ, ਲਦਾਈ ਚੜਾਈ ਕਰਨੀ ਹੈ, ਪੈਕਿੰਗ ਕਰਨੀ ਹੈ, ਫੜ ਪ੍ਰੋਵਾਈਡ ਕਰਨਾ ਹੈ, ਉਹਨੂੰ ਤੁਸੀਂ ਸਰਵਿਸ ਚਾਰਜ ਦਿੰਦੇ ਹੋ। ਤੁਸੀਂ ਉਹਨੂੰ ਵਿਚੋਲੀਆ ਬਣਾਤਾ। ਪਹਿਲਾਂ ਤੇ ਆਪਣੀ ਟਰਮੀਨੋਲੋਜੀਆਂ ਕਲੀਅਰ ਕਰ ਲਓ। ਦੂਜੇ ਪਾਸੇ ਸਭ ਤੋਂ ਵੱਧ ਨਾਰਥ ਇੰਡੀਆ ਦੇ ਵਿੱਚ ਆਰਗੇਨਾਈਜ਼ਡ ਮੰਡੀਆਂ ਨੇ। ਤੁਸੀਂ ਉਹਨਾਂ ਦੀ ਜਿਹੜੀ ਰਾਜ ਸਰਕਾਰਾਂ 3% RDF ਲੈਂਦੀਆਂ ਨੇ, ਉਹਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ। ਜਿਹੜੀਆਂ ਤੁਸੀਂ ਬਾਹਰ ਪ੍ਰਾਈਵੇਟ ਮੰਡੀਆਂ ਪ੍ਰਮੋਟ ਕਰ ਰਹੇ ਹੋ, ਉਹਨਾਂ ਦੇ ਉੱਤੇ ਤੁਸੀਂ ਜਦੋਂ 0% ਟੈਕਸ ਲਾਤਾ, ਕਿਹੜਾ ਪਰਚੇਜ਼ਰ ਆ ਕੇ ਤੁਹਾਡੀ ਸਰਕਾਰੀ ਮੰਡੀ ਦੇ ਵਿੱਚੋਂ ਖਰੀਦੇਗਾ? ਤੁਸੀਂ ਕਹੀ ਜਾ ਰਹੇ ਹੋ ਉਹ ਵੀ ਮੰਡੀ ਚਾਲੂ ਰਹੇਗੀ ਤੇ ਇਹ ਵੀ ਮੰਡੀ ਚਾਲੂ ਰਹੇਗੀ। ਅੱਜ ਹਾਲਾਤ ਜੋ BSNL ਦੇ ਹੋਏ ਨੇ, ਕਿੰਨੇ ਮਹੀਨੇ ਇੱਕ ਟੈਲੀਫੋਨ ਕੰਪਨੀ ਨੇ ਫ੍ਰੀ ਵੇਚਿਆ ਤਾਂ ਕਿ ਉਹਦੇ ਨਾਲ ਕਸਟਮਰ ਜੁੜ ਜਾਣ। ਅੱਜ BSNL ਦਾ ਹਾਲਾਤ ਵੇਖ ਲਓ, ਉਹਨਾਂ ਨੂੰ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਹੈਗੇ। ਤੁਸੀਂ ਅੱਜ ਕਹਿ ਰਹੇ ਹੋ ਕਿ ਅਸੀਂ ਮੰਡੀਆਂ ਬਣਾ ਦੇਵਾਂਗੇ। ਕੰਟਰੈਕਟ ਫਾਰਮਿੰਗ ਕਿਉਂਕਿ ਪਹਿਲਾਂ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਸੀ, ਅਕਾਲੀ ਦਲ ਨੇ ਵੀ ਕੰਟਰੈਕਟ ਫਾਰਮਿੰਗ ਚਾਲੂ ਕੀਤੀ ਸੀ। ਕਦੇ ਪੜ੍ਹ ਤੇ ਲਵੋ ਉਹ ਕੀ ਸੀਗੀਆਂ ਕੰਟਰੈਕਟ ਫਾਰਮਿੰਗ। ਅੱਜ ਜਿਹੜਾ ਜਿਹਨੇ ਕਦੇ ਕਿਸੇ ਨੇ ਵੇਖਿਆ ਹੀ ਨਹੀਂ ਹੈਗਾ, ਖੇਤੀਬਾੜੀ ਦਾ ਖੱਖਾ ਨਹੀਂ ਪਤਾ, ਐਗਰੀਕਲਚਰ ਦਾ ਐਗਰੀ ਨਹੀਂ ਪਤਾ, ਕਿਹੜੇ ਸਪੈਲਿੰਗ ਤੋਂ ਸ਼ੁਰੂ ਹੁੰਦਾ, ਈ ਤੋਂ ਸ਼ੁਰੂ ਹੁੰਦਾ ਕਿ ਏ ਤੋਂ ਸ਼ੁਰੂ ਹੁੰਦਾ, ਉਹ ਸਾਨੂੰ ਗਿਆਨ ਵੰਡਣ ਲੱਗ ਪਏ ਨੇ। ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ, ਖੇਤੀ ਵਿਗਿਆਨੀ, ਆਮ ਸਮਾਜ ਦੇ ਲੋਕ, ਕਾਰੋਬਾਰੀਏ, ਸਾਰਿਆਂ ਨੂੰ ਹੀ ਨਹੀਂ ਪਤਾ ਲੱਗਣ ਦਿਆ। ਤੁਸੀਂ ਗੁਣੀਆਂ ਨਹੀਂ ਜੰਮ ਗਏ ਹੋ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਇਹੋ ਪਤਾ ਵੀ ਇਹ ਸਾਡੇ ਹੱਕ ਲਈ ਨੇ ਤੇ ਸਾਡੇ ਫਾਇਦੇ ਲਈ ਨੇ। ਸਾਨੂੰ ਨਹੀਂ ਪਤਾ ਸਾਡੇ ਫਾਇਦੇ ਲਈ ਨੇ। ਜੇ ਤੁਸੀਂ ਕਿਉਂ ਕਿਸੇ ਦਾ ਭਲਾ ਕਰਨ ਦੇ ਹੋ ਇੰਨਾ ਜ਼ਿਆਦਾ? ਹੁਣ ਹਾਲਾਤ ਇਹ ਆ ਗਏ ਨੇ ਦੇਸ਼ ਦੇ। ਜਦੋਂ ਗੱਲਾਂ ਕਰੀਏ, ਉਹ ਕਹਿੰਦੇ ਨੇ ਪੰਜਾਬੀ 'ਚ ਅਸੀਂ ਸੁਣਦੇ ਆਂਦੇ ਹੁੰਦੇ ਸੀ ਵੀ ਖਿੱਦੋ ਨਾ ਖਿਲਾਰੋ। ਜੇ ਹੁਣ ਖਿੱਦੋ ਖਿਲਰਨ ਲੱਗੀ ਹੈ ਤੇ ਹੁਣ ਲੀਰਾਂ ਹੀ ਨਿਕਲਣੀਆਂ ਨੇ ਬਾਹਰ। ਹੁਣ ਇੱਕ ਲੀਰ ਤੁਹਾਨੂੰ ਮੈਂ ਇੱਕ ਹੋਰ ਸੁਣਾ ਦਿੰਦਾ। ਪਿਛਲੇ 6 ਸਾਲਾਂ ਦੇ ਵਿੱਚ ਬੈਂਕਾਂ ਨੇ NPA, ਨਾਨ ਪਰਫਾਰਮਿੰਗ ਐਸਟ ਨੇ ਵੱਡੇ ਧੰਨਾ ਸੇਠਾਂ ਦੇ, ਉਹ 8 ਲੱਖ ਕਰੋੜ ਤੋਂ ਵੱਧ ਗਏ ਨੇ। ਕਿਸੇ ਨੂੰ ਪਤਾ ਨਹੀਂ ਲੱਗਾ। ਬੈਂਕਾਂ ਰਾਹੀਂ ਤੁਸੀਂ 6 ਲੱਖ ਕਰੋੜ ਤੋਂ ਵੱਧ ਦੇ ਜਿਹੜੇ NPA ਨੇ ਉਹ ਤੁਸੀਂ ਮਾਫ ਕਰ ਦਿੱਤੇ ਨੇ। ਕਿੰਨੇ ਨੇ ਧੰਨਾ ਸੇਠ? ਚੁਣਿੰਦਾ ਸੇਠ ਨੇ, ਉਹਨਾਂ ਦੇ ਤੁਸੀਂ ਪੈਸੇ ਮਾਫ ਕਰਤੇ। ਆ ਕਿਸਾਨਾਂ ਨੂੰ ਤੁਸੀਂ ਧੱਕੇ ਨਾਲ 6000 ਰੁਪਈਆ ਸਾਲਾਨਾ ਪਾ ਕੇ ਤੁਸੀਂ ਕਹਿ ਰਹੇ ਹੋ ਜੀ PM ਕਿਸਾਨ ਯੋਜਨਾ ਤਹਿਤ ਤੁਹਾਨੂੰ ਅਸੀਂ ਹੌਸਲਾ ਦੇ ਰਹੇ ਹਾਂ ਜੀ, ਸਾਡੇ ਨਾਲ ਚੱਲੋ। ਮਹੀਨੇ ਦਾ 500 ਆਇਆ, ਰੋਜ਼ ਦੇ 17 ਰੁਪਈਏ ਆਏ। ਐਵਰੇਜ ਛੋਟਾ ਪਰਿਵਾਰ, ਸੁਖੀ ਪਰਿਵਾਰ ਕਹਿ ਲਓ, 4 ਜਣੇ ਨੇ, 16 ਰੁਪਈਆਂ 'ਚ ਤੁਸੀਂ ਗੁਜ਼ਾਰਾ ਕਰਨ ਦੀ ਗੱਲ ਕਰ ਰਹੇ ਹੋ। ਉਹਦੀ ਕਿਸੇ ਨੇ ਤੁਹਾਡੇ ਕੋਲੋਂ ਮੰਗੇ ਸੀ? ਜੇ ਤੁਸੀਂ ਦੇ ਵੀ ਦਿੱਤੇ ਨੇ, ਅਸੀਂ ਮਾਣ ਸਤਿਕਾਰ ਨਾਲ ਕਹਿੰਦੇ ਜੀ ਤੁਹਾਡਾ ਧੰਨਵਾਦ। ਤੁਸੀਂ ਢਾਟਾ ਮਾਰੋਗੇ ਇਹਦੇ ਉੱਤੇ। ਤੁਸੀਂ ਚੱਲੇ ਸੀ 62 ਕਰੋੜ ਕਿਸਾਨਾਂ ਦੀ ਗੱਲ ਕਰਦੇ ਹੋਏ ਕਿ ਜਿਹੜਾ ਖੇਤੀਬਾੜੀ ਦੇ ਨਾਲ ਸੰਬੰਧਿਤ ਆ। 14.5 ਕਰੋੜ ਤੋਂ ਵੱਧ ਨੂੰ ਤੁਸੀਂ ਪ੍ਰਾਈਮ ਮਿਨਿਸਟਰ ਕਿਸਾਨ ਜਿਹੜਾ ਪ੍ਰੋਗਰਾਮ ਸੀ ਉਹਦੇ ਤਹਿਤ 6000 ਰੁਪਇਆ ਦੇਣਾ ਸੀਗਾ। ਗੱਲਾਂ ਤੁਸੀਂ ਆਕਾਸ਼ ਗੁੰਜਾਊ ਕਰ ਦਿੱਤੀਆਂ। ਦਮਕ ਜੇ ਤੁਹਾਡੇ ਛੋਟੇ ਲੈਵਲ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਵੱਜ ਰਹੇ ਨੇ ਤੁਹਾਡੇ ਰਹਿਨੁਮਾਈ ਹੇਠ, ਤੇ ਕਿੰਨੇ ਬੰਦਿਆਂ ਨੂੰ ਗਿਆ? ਡਾਟਾ ਚੈੱਕ ਤੇ ਕਰ ਲਵੋ। ਤੁਹਾਡੀਆਂ ਆਪਣੀਆਂ ਰਾਜ ਸਰਕਾਰਾਂ 'ਚ ਕਿੰਨਿਆਂ ਨੂੰ ਗਿਆ ਪੈਸਾ? 9 ਕਰੋੜ ਤੋਂ ਵੱਧ ਤੇ ਤੁਹਾਨੂੰ ਕਿਸਾਨ ਹੀ ਨਹੀਂ ਲੱਭਿਆ ਜਿਹੜੇ ਤੁਸੀਂ ਡਾਟੇ ਦੀ ਗੱਲ ਕਰ ਰਹੇ ਹੋ। ਹੁਣ ਤੁਸੀਂ ਭਾਂਡਾ ਕਿਸੇ ਹੋਰ ਦੇ ਘਰ ਭੰਨੀ ਜਾ ਰਹੇ ਹੋ। ਦੇਖੋ, ਤੁਸੀਂ ਬਹੁਤ ਸਿਆਣੇ ਹੋ, ਅਸੀਂ ਮੰਨ ਲੈਂਦੇ, ਕਿਉਂ ਤੁਸੀਂ ਅੜੀ ਤੇ ਅੜੇ ਹੋਏ ਹੋ। ਰਾਜ ਦਾ ਸ਼ਾਸਕ ਅੜੀ ਤੇ ਅੜ ਗਿਆ, ਕੋਈ ਗੱਲ ਨਹੀਂ, ਅੜ ਜਾ ਯਾਰ, ਅਸੀਂ ਤੇਰੀ ਮੰਨ ਲੈਂਦੇ ਹਾਂ। ਤੈਨੂੰ ਪ੍ਰਧਾਨ ਮੰਤਰੀ ਚੁਣ ਕੇ ਖਮਿਆਜਾ ਤੇ ਭੁਗਤਣਾ ਹੀ ਪਏਗਾ। ਜਿੱਥੇ ਇੰਨੇ ਭੁਗਤੇ ਨੇ ਹੋਰ ਭੁਗਤਣ ਨੂੰ ਤਿਆਰ ਆ।
ਮੰਨ ਲੈਂਦੇ ਆ ਵੀ ਤੁਸੀਂ ਬੜੇ ਗੁਣੀ ਗਿਆਨੀ ਹੋ, ਤੁਹਾਡੇ ਕਾਰੋਬਾਰੀ ਬਹੁਤ ਵੱਡੇ, ਤੁਹਾਡੇ ਸਲਾਹਕਾਰ ਨੇ, ਉਹ ਵੀ ਮੰਨ ਲੈਂਦੇ ਆ। ਹੋਰ ਦੱਸੋ ਕੀ ਬਣਾਉਣਾ ਜੇ ਸਾਡੇ ਕੋਲ? ਇਹ ਕਿਸਾਨ ਦੇ ਵਿਰੋਧੀ ਖੇਤੀ ਕਾਨੂੰਨ ਵਾਪਸ ਲੈਣੇ ਪੈਣੇ। ਇਹ ਇਕੱਲੇ ਕਿਸਾਨ ਨੂੰ ਥੋੜਾ ਢਿੱਡ ਪੀੜ ਹੁੰਦਾ ਹੀ ਹੈ। ਇਹ ਜਿਹੜਾ ਕਿਸਾਨੀ ਸੰਘਰਸ਼ ਚੱਲਿਆ ਇਹ ਯੋਧਿਆਂ ਦਾ, ਇਹ ਆਮ ਉਹ ਬੰਦੇ ਨੇ ਜਿਨ੍ਹਾਂ ਨੇ ਮੁਗਲਾਂ ਦੇ ਖਿਲਾਫ ਖੱਡਾ ਖੜਕਾਇਆ ਸੀ, ਅੰਗਰੇਜ਼ਾਂ ਦੇ ਖਿਲਾਫ ਪਗੜੀ ਸੰਭਾਲ ਜੱਟਾ ਲਹਿਰ ਚੱਲੀ ਸੀ। ਇਹ ਉਹ ਬੰਦੇ ਨੇ। ਇਹ ਅੱਜ ਸਾਡੀ 1800 ਰੁਪਏ ਦੇ ਕੋਲ, 1890 ਦੇ ਕੋਲ ਜਿਹੜੀ MSP ਦੇ ਨਾਲ ਚੱਲਦੀ ਹੈ ਕਣਕ, ਜਦੋਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਖਤਮ ਹੋ ਗਿਆ, ਜਦੋਂ ਸਰਕਾਰੀ ਮੰਡੀ ਖਤਮ ਹੋ ਗਈ, ਅੱਜ ਦੇ ਦਿਨ ਕਿਸੇ ਸ਼ਾਪਿੰਗ ਮਾਲ 'ਚ ਜਾ ਕੇ ਦੇਖ ਲਵੋ 45 ਰੁਪਏ ਕਿਲੋ ਆਟਾ ਤੁਹਾਨੂੰ ਮਿਲਣ ਦਿਆ। ਉਹ ਇੰਨਾ ਜ਼ਿਆਦਾ ਪ੍ਰੋਸੈਸਿੰਗ ਚਾਰਜ ਹੋ ਗਿਆ ਵਿੱਚ, 18 ਰੁਪਏ ਦੀ ਖਰੀਦੀ ਚੀਜ਼ 45 ਦੀ ਵੇਚੀ ਜਾਂਦੇ ਹੋ। ਹੱਲੇ ਤੇ ਕਿਸਾਨ ਬੈਠੇ ਨੇ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਚੱਲ ਰਿਹਾ, ਸਰਕਾਰੀ ਖਰੀਦ ਚੱਲ ਰਹੀ ਹੈ, ਕਿਸੇ ਨੂੰ ਚੁੱਭਦਾ ਨਹੀਂ ਪਿਆ। ਇਹ ਜਿਹੜੀ ਆਮ ਜਨਤਾ ਘਰਾਂ 'ਚ ਬੈਠੀ ਹੈ, ਇਹ ਉਹਨਾਂ ਲਈ ਵੀ ਲੜਾਈ ਲੜੀ ਜਾ ਰਹੀ ਹੈ ਕਿ ਤੁਹਾਡੇ ਲਈ ਪੈਸਾ ਬਚਾਇਆ ਜਾ ਰਿਹਾ। ਜੇ ਨਹੀਂ ਸਮਝ ਆ ਰਹੀ ਕੋਈ ਗੱਲ ਨਹੀਂ, ਫਿਰ ਕਹਿੰਦੇ ਨੇ ਜੀ ਇਹ ਤਾਂ ਇਕੱਲੇ ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨਾਂ ਦੀ ਗੱਲ ਆ। ਹਮੇਸ਼ਾ ਇਹਨਾਂ ਨੇ ਹਾਂ ਦਾ ਨਾਰਾ ਮਾਰਿਆ, ਭਾਵੇਂ ਬਾਬਰ ਆਇਆ ਸੀ, ਭਾਵੇਂ ਮੁਗਲ ਆਏ ਸੀ ਬਾਅਦ ਦੇ ਵਿੱਚ, ਭਾਵੇਂ ਉਸ ਤੋਂ ਬਾਅਦ ਅੰਗਰੇਜ਼ ਆਇਆ ਸੀ, ਹਮੇਸ਼ਾ ਇਹਨਾਂ ਇਲਾਕਿਆਂ 'ਚੋਂ ਹੀ ਆਵਾਜ਼ ਉੱਠੀ ਸੀ। ਫਿਰ ਸਾਰਾ ਦੇਸ਼ ਉਹਨਾਂ ਦੇ ਮਗਰ ਲੱਗਿਆ ਸੀ, ਭਾਵੇਂ ਆਜ਼ਾਦੀ ਦੀ ਲੜਾਈ ਸੀ। ਹੁਣ ਵੇਖ ਲਓ ਕਿੱਦਾਂ ਸੋਸ਼ਲ ਮੀਡੀਆ ਤੇ ਕਾਰਾਂ ਦੇ ਕਾਫਲੇ ਆ ਰਹੇ ਨੇ, ਭਰ ਭਰ ਕੇ ਜੀਪਾਂ 'ਚ ਲੋਕ ਮਹਾਰਾਸ਼ਟਰ, ਤਾਮਿਲਨਾਡੂ 'ਚੋਂ ਆ ਰਹੇ ਨੇ। ਹੱਲੇ ਤੇ ਸਾਰੇ ਦੇਸ਼ ਦੀਆਂ ਰੇਲ ਸੇਵਾਵਾਂ ਬੰਦ ਨੇ, ਉਹਨਾਂ ਨੂੰ ਕੋਈ ਰਾਹ ਨਹੀਂ ਲੱਭਿਆ। ਉਹ ਗਰੀਬ ਆਦਮੀ ਜਿਹਦੀ ਤੁਸੀਂ ਮੰਡੀ ਖਤਮ ਕਰ ਦਿੱਤੀ ਹੈ, ਬਿਹਾਰ ਦੀ ਤੁਹਾਡੀ ਆਪਣੀ ਸਰਕਾਰ ਹੈ, ਉਹਦੇ ਵਿੱਚ ਵੇਖੋ ਤੁਸੀਂ ਕੀ ਕੀਤਾ। ਉੱਥੋਂ ਦਾ ਜਦੋਂ ਇੱਥੇ ਲੋਕ ਪੰਜਾਬ 'ਚ ਦਿਹਾੜੀਦਾਰ ਆ ਰਹੇ ਨੇ, ਉਹਨੂੰ ਕਦੇ ਪੁੱਛ ਲਵੋ। ਪਹਿਲਾਂ ਅਸੀਂ ਕਰਦੇ ਹੁੰਦੇ ਸੀਗੇ, ਯਾਰ ਖਰੇ ਝੂਠ ਮਾਰਦੇ ਨੇ, ਕੋਈ ਕਹਿੰਦਾ ਜੀ ਮੇਰੀ 8 ਵੀਘਾ ਜ਼ਮੀਨ ਹੈ, ਕੋਈ ਕਹਿੰਦਾ ਮੇਰੀ 12 ਵੀਘਾ ਜ਼ਮੀਨ ਹੈ। ਉਹ ਆ ਕੇ ਇੱਥੇ ਪੰਜਾਬ 'ਚ ਕਿਉਂ ਦਿਹਾੜੀਦਾਰੀ ਕਰਨ ਦਿਆ? ਕਿਉਂਕਿ ਉਹਨਾਂ ਨੂੰ ਕਦੇ ਮਿਲਦਾ ਨਹੀਂ ਪਿਆ। ਹੁਣ ਆ ਪਿਛਲੇ 3-4 ਦਿਨ ਪਹਿਲਾਂ ਦੀ ਮੱਧ ਪ੍ਰਦੇਸ਼ ਦੀ ਗੱਲ ਆ, ਜਿੱਥੇ ਤੁਸੀਂ ਬੜਾ ਵੱਡਾ ਕਹਿ ਰਹੇ ਸੀਗੇ ਕਿ ਜੀ ਅਸੀਂ ਕੰਟਰੈਕਟ ਫਾਰਮਿੰਗ ਕੀਤੀ ਹੈ, ਕਿ ਝੋਨਾ ਅਸੀਂ ਸਾਡੀ ਕਣਕਾਂ ਪਲਣ ਤੱਕ ਚਲੇ ਗਈਆਂ, ਉੱਥੇ ਹਲੇ ਤੱਕ ਝੋਨਾ ਨਹੀਂ ਵਿਕਿਆ, ਲੋਕਾਂ ਦੇ ਘਰਾਂ 'ਚ ਬੋਲ ਪਏ ਨੇ। ਉਹੋ ਹੀ ਤੁਹਾਡੇ ਖਾਸਮ ਖਾਸ ਆਦਮੀ ਨੇ, ਉਹਨਾਂ ਨੇ ਹਲੇ ਤੱਕ ਕਿਉਂਕਿ ਕੰਟਰੈਕਟ ਫਾਰਮਿੰਗ ਕੀਤੀ ਸੀ, ਕਦੇ ਕੋਈ ਨੁਕਸ ਕਦੇ ਕੋਈ ਨੁਕਸ ਕੱਢ ਕੇ। ਜੇ ਉਹਨਾਂ ਨੂੰ ਹੀ ਜਾ ਕੇ ਵੇਖ ਲਵੋ ਤੁਸੀਂ ਕੰਟਰੈਕਟ ਫਾਰਮਿੰਗ ਦੇ, ਉਹਨਾਂ ਕੋਲੋਂ ਹੀ ਸਿੱਖਾਓ। ਸਾਨੂੰ ਕੰਟਰੈਕਟ ਫਾਰਮਿੰਗ ਦੇ ਨਾ ਬਿਹਤਰੀਆਂ ਸਿਖਾਓ, ਸਾਨੂੰ ਆਪ ਪਤਾ ਹੈ। ਇਹ ਸਾਡੇ ਸਾਰੇ ਕਿਸਾਨ ਆਪੇ ਮੌਸਮ ਵਿਗਿਆਨੀ ਨੇ, ਆਪੇ ਸਾਰੇ ਵਿਗਿਆਨ ਇਹਨਾਂ ਨੂੰ ਆਉਂਦੇ ਨੇ। ਉੱਤੇ ਪਰਮਪਿਤਾ ਪਰਮਾਤਮਾ ਦੀ ਅਪਾਰ ਕਿਰਪਾ ਹੈ। ਤੁਸੀਂ ਵੇਖਿਆ ਇੰਨੇ ਦਿਨਾਂ 'ਚ ਕਿਸੇ ਕੋਲੋਂ ਕੋਈ ਕਿਸੇ ਨੇ ਪੈਸਾ ਮੰਗਿਆ? ਲੋਕ ਆਪ ਆਪਣਾ ਸਤਿਕਰਤਾਰ ਕਰਕੇ, ਪਰਮਾਤਮਾ ਦਾ ਸ਼ੁਕਰ ਕਰਕੇ, ਉੱਥੇ ਆਪਣਾ ਦਸਵੰਧ ਕਹਿ ਲਓ, ਆਪਣਾ ਹੱਕ ਕਹਿ ਲਓ ਕਿ ਸਾਡਾ ਸੇਵਾ ਦੇ ਵਿੱਚ ਭਰਾ ਸਾਡਾ ਛੋਟਾ ਮੋਟਾ ਯੋਗਦਾਨ ਪਾਓ। ਕਿਸੇ ਨੂੰ ਨਾ ਹੋਈ। ਇਹ ਜ਼ਰੂਰ ਹੋ ਸਕਦਾ ਕਿ ਅੱਜ ਤੱਕ ਭੁੱਖ ਹੜਤਾਲਾਂ ਵਾਲਿਆਂ ਨਾਲ ਜਾਂ ਉਹਨਾਂ ਬੰਦਿਆਂ ਨਾਲ ਵਾਹ ਪੈਂਦਾ ਰਿਹਾ, ਪਾਲਾ ਪੈਂਦਾ ਰਿਹਾ ਵੀ ਜਿਹੜੇ 12 ਘੰਟੇ 6 ਘੰਟੇ ਬਹਿਣ ਵਾਲੇ ਨੇ। ਕਈ ਲੋਕਾਂ ਦਾ ਤੇ ਇਹ ਵੀ ਵਿਚਾਰ ਹੈ ਕਿ ਮਗਰ ਸਰਕਾਰ 'ਚ ਕਿੰਨੇ ਦਿਨ ਰਹਿ ਗਏ ਨੇ, ਭਾਵੇਂ ਨਾ ਹੋਇਆ ਤੇ ਸਰਕਾਰ ਬਦਲ ਜਾਣੀ ਹੈ 4 ਸਾਲਾਂ 'ਚ, ਅਸੀਂ ਉਦੋਂ ਤੱਕ ਬੈਠੇ ਰਵਾਂਗੇ। ਇਹ ਸੋਚਣ ਵਾਲੀਆਂ ਗੱਲਾਂ ਨੇ। ਐਡਾ ਵੱਡਾ ਦੇਸ਼ ਆ, ਬਾਰਡਰ ਦੇ ਸੂਬੇ ਨੇ ਸਾਡੇ, ਨਾਲ ਦੇ ਦੇਸ਼ਾਂ ਦਾ ਸਾਡੇ ਪ੍ਰਤੀ ਕੀ ਵਿਚਾਰ ਹੈ। ਤੁਸੀਂ ਇੰਨੀ ਸੋਹਣੀ ਉਹਨਾਂ ਨਾਲ ਨਿਭਾਈ ਹੈ ਕਿ ਹੁਣ ਜਿਹੜੀਆਂ ਸੱਤੇ ਭੈਣ ਭਰਾ ਕਹਿੰਦੇ ਨਾ ਚੰਦਰਾ ਗਵਾਂਢ ਬੜਾ ਮਾੜਾ ਹੁੰਦਾ, ਤੁਸੀਂ ਤੇ ਚੰਗੇ ਭਲੇ ਗਵਾਂਢੀਆਂ ਨੂੰ ਚੰਦਰੇ ਗਵਾਂਢ ਬਣਾ ਦਿੱਤਾ। ਭਾਵੇਂ ਬੰਗਲਾਦੇਸ਼ ਹੋਵੇ, ਭਾਵੇਂ ਨੇਪਾਲ ਹੋਵੇ, ਸਾਡੀਆਂ ਬੱਸਾਂ ਦੀ ਸਾੜ ਫੂਕ ਹੁੰਦੀ, ਜਿਹੜਾ ਸਾਡੇ ਡੀਜ਼ਲ ਤੇ ਆਪਣੀ ਟਰਾਂਸਪੋਰਟ ਚਲਾਉਂਦਾ ਸੀਗਾ। ਅਫਗਾਨਿਸਤਾਨ ਹੋਵੇ, ਪਾਕਿਸਤਾਨ ਹੋਵੇ, ਸ਼੍ਰੀਲੰਕਾ ਹੋਵੇ, ਚਾਰੋਂ ਪਾਸਿਓਂ ਤੇ ਤੁਸੀਂ ਐਸੇ ਉਹਨਾਂ ਨਾਲ ਵਿਚਾਰ ਬਣਾਏ ਨੇ ਕਿ ਕੋਈ ਗੱਲ ਕਰਨ ਵਾਲੀ ਹੋਈ ਨਹੀਂ ਆ। ਚੰਦ ਧੰਨਾ ਸੇਠਾਂ ਨੇ ਹੁਣ ਦੇਸ਼ ਦੀ ਇਕਨੋਮੀ ਚਲਾਣੀ, ਚੰਦ ਧੰਨਾ ਸੇਠਾਂ ਨੇ ਸਾਡੀ ਖੇਤੀਬਾੜੀ ਚਲਾਣੀ। ਹੁਣ ਕਿਸ ਤਰ੍ਹਾਂ ਚਾਰੋਂ ਪਾਸੇ ਚਰਚਾ ਹੋ ਰਹੀ ਹੈ ਕਿ ਬਿੱਲ ਹਲੇ ਪਾਸ ਨਹੀਂ ਸੀ ਹੋਏ ਤੇ ਉਹਨਾਂ ਲੋਕਾਂ ਨੇ ਪਹਿਲਾਂ ਹੀ ਆਪਣੀਆਂ ਕੰਪਨੀਆਂ ਰਜਿਸਟਰ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਕਿੱਥੋਂ ਦਾ ਨਿਆਂ ਹੈ? ਜਿਹੜਾ ਸਾਡਾ ਸੋਸ਼ਲ ਵੈਲਫੇਅਰ ਸਟੇਟ ਸੀ, ਸੰਵਿਧਾਨ ਦਾ ਪਹਿਲਾ ਪੇਜ ਹੀ ਪੜ੍ਹ ਲਓ। ਅੱਗੇ ਤੇ ਚਲੋ ਜਿੰਨੇ ਪੜ੍ਹੇ ਲਿਖੇ ਉਹ ਸਾਰੀ ਦੁਨੀਆ ਨੂੰ ਪਤਾ ਹੈ ਤੁਸੀਂ ਅੱਗੇ ਕੀ ਜਾਣਾ ਹੈਗਾ। ਸੰਵਿਧਾਨ ਦਾ ਪਹਿਲਾ ਪੇਜ ਪੜ੍ਹ ਲਓ। ਇਹ ਸੋਸ਼ਲ ਵੈਲਫੇਅਰ ਸਟੇਟ ਸੀ ਫॉर द ਬੈਟਰਮੈਂਟ ਆਫ ਦ ਮਾਸਸ। ਅਸੀਂ ਤੇ ਚਲੋ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਜਿੰਨਾ ਤੁਸੀਂ ਗੁਣੀ ਗਿਆਨੀ ਹੋ ਚੁੱਕੇ ਹੋ। ਚਲੋ ਅਸੀਂ ਵੀ ਮਾੜੀ ਮੋਟੀ ਟੌਪ ਕੀਤੀ ਹੋਈ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚੋਂ, ਪੋਸਟ ਗ੍ਰੈਜੂਏਟ ਆ। ਨਹੀਂ ਸਾਨੂੰ ਇੰਨਾ ਗਿਆਨ ਕਿਉਂਕਿ ਤੁਹਾਡੇ ਕੋਲ ਗੁਣੀ ਗਿਆਨੀ ਲੋਕਾਂ ਦਾ ਅੰਬਾਰ ਲੱਗਿਆ ਹੋਇਆ। ਉਹ ਗੱਲ ਵੱਖਰੀ, ਉਹਨਾਂ ਦੀ ਤੁਸੀਂ ਸੁਣਦੇ ਹੋ ਜਾਂ ਨਹੀਂ ਸੁਣਦੇ। ਹੁਣ ਆ ਜਿਹੜੇ ਲੀਡਰ ਖੱਬੇ ਸੱਜੇ ਤੁਹਾਡੀਆਂ ਪਾਰਟੀਆਂ ਦੇ ਅੱਗੋਂ
ਸਰਕਾਰਾਂ ਦਾ ਰੌਲਾ ਪਾਈ ਜਾ ਰਹੇ ਨੇ। ਮੈਂ ਤੇ ਹੈਰਾਨੀ ਹੋਊਗੀ ਮੈਨੂੰ ਜੇ ਉਹਨਾਂ ਨੇ ਕਦੇ ਦਰਸ਼ਨ ਵੀ ਕੀਤੇ ਹੋਣ, ਟੀਵੀ ਤੇ ਦਰਸ਼ਨ ਹੋ ਜਾਣ, ਉਹ ਸਾਨੂੰ ਆ ਕੇ ਸਮਝਾ ਰਹੇ ਨੇ ਜੀ ਅੱਧੇ ਮਿੰਟ 'ਚ ਅਸੀਂ ਗੱਲ ਕਰਾ ਦਿਆਂਗੇ ਤੁਹਾਡੀ। ਬਈ ਤੁਸੀਂ ਵਿੱਚ ਵਿਚੌਲੀਆਂ ਨੂੰ ਹਟਾਉਣ ਦੀ ਗੱਲ ਹੋ ਰਹੀ, ਤੁਸੀਂ ਸਭ ਤੋਂ ਵੱਡੇ ਵਿਚੌਲੀਏ ਬਣੀ ਜਾ ਰਹੇ ਹੋ ਵਿੱਚ। ਇਹਨਾਂ ਹਾਲਾਤਾਂ ਦੇ ਵਿੱਚ ਦੇਸ਼ ਦੇ ਸਭ ਤੋਂ ਵੱਧ ਜਿਹਨੂੰ ਗਰੋਥ ਇੰਜਨ ਕਹਿੰਦੇ ਆ ਤੇ ਇੰਪਲੋਇਮੈਂਟ ਜਨਰੇਸ਼ਨ ਇੰਜਨ ਕਹਿੰਦੇ ਆ, ਉਹ ਖੇਤੀਬਾੜੀ ਸੀ ਸਾਡੇ ਦੇਸ਼ ਦਾ। ਤੁਸੀਂ ਉਹਦਾ ਐਸਾ ਚੱਕਾ ਜਾਮ ਕੀਤਾ, ਲੀਓ ਲਾ ਕੇ ਰੱਖ ਦਿੱਤੀ ਹੈ। ਅੱਜ ਦੇ ਦਿਨ ਇਹ ਕਿਸਾਨ ਗੰਨਾ ਢੋ ਰਹੇ ਹੁੰਦੇ, ਅਗਲੀਆਂ ਸਬਜ਼ੀਆਂ ਲੱਗ ਰਹੀਆਂ ਹੁੰਦੀਆਂ, ਇਹ ਆਪਣੇ ਕੰਮਕਾਰ 'ਚ ਲੱਗੇ ਹੁੰਦੇ। ਹੁਣ ਸਾਰੇ ਦੇਸ਼ ਦੀ ਜਿੱਥੇ ਬਦਖੋਈ ਹੋ ਰਹੀ ਹੈ ਕਿ ਵੇਖੋ ਆਪਣੇ ਅੰਨਦਾਤਾ ਨੂੰ ਉਸੇ ਦੇਸ਼ ਦਾ ਖੇਤੀ ਪ੍ਰਧਾਨ ਸੂਬੇ ਦਾ ਸ਼ਾਸਕ ਗੱਲ ਨਹੀਂ ਸੁਣਨੀ ਚਾਹੁੰਦਾ, ਤੇ ਅੱਗੇ ਕੀ ਬਣੇਗਾ? ਜਿਹੜਾ ਤੁਸੀਂ ਪਿਛਲੇ 5-6 ਸਾਲਾਂ ਦੇ ਵਿੱਚ ਦੁਨੀਆ ਦਾ ਕੋਈ ਦੇਸ਼ ਨਹੀਂ ਛੱਡਿਆ ਹਵਾਈ ਸਫ਼ਰ ਕਰਕੇ, ਪ੍ਰੋਪੇਗੰਡਾ ਕਰਕੇ, ਤੇ ਉਹਨੂੰ ਅੱਜ ਇਹ ਦਿਨ ਦੇਖਣੇ ਪੈ ਰਹੇ ਨੇ ਕਿ 20 ਕਿਲੋਮੀਟਰ ਤੱਕ ਤੇ ਤੁਹਾਡਾ ਕੋਈ ਨੁਮਾਇੰਦਾ ਪਹੁੰਚਿਆ ਨਹੀਂ ਲੱਖਾਂ ਦੇ ਧਰਨੇ ਦੇ ਵਿੱਚ, ਤੇ ਤੁਸੀਂ ਸੋਸ਼ਲ ਮੀਡੀਆ ਰਾਹੀਂ, ਕੁਝ ਮੀਡੀਆ ਦੇ ਰਾਹੀਂ, ਜਿਹੜੇ ਇਲੈਕਟ੍ਰੋਨਿਕ ਚੈਨਲ ਨੇ, ਤੁਸੀਂ ਆਪਣਾ ਹੀ ਭੰਡੀ ਪ੍ਰਚਾਰ ਕਰੀ ਜਾ ਰਹੇ ਹੋ ਕਿ ਜੀ ਇਹ ਤੁਹਾਡੇ ਫਾਇਦੇ ਲਈ ਨੇ। ਮੇਰਾ ਸਿਰਫ ਇਹ ਕਹਿਣਾ ਹੈ, ਦੁਨੀਆ ਦੇ ਵਿੱਚ ਕਿਸੇ ਨੂੰ ਵੀ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਸਾਨੂੰ ਤੇ ਸਾਡੇ ਗੁਰੂ ਸਾਹਿਬਾਨ ਨੇ ਇਹੋ ਹੀ ਸਿਖਾਇਆ। ਕੀ ਪਤਾ ਅਗਲੇ ਪਾਸੇ ਕਿਹੜਾ ਬੰਦਾ ਬੈਠਾ ਹੋਇਆ। ਤੁਸੀਂ ਇਹ ਵੇਖੋ, ਉਹਨਾਂ ਦਾ ਹੌਸਲਾ ਵੇਖੋ। ਇਸ ਕੜਕ ਦੀ ਠੰਡ ਦੇ ਵਿੱਚ ਜਿਹੜੇ ਸੜਕਾਂ 'ਤੇ ਬੈਠੇ ਨੇ, ਉਹਨਾਂ ਦਾ ਜਿਗਰਾ ਕਿੰਨਾ ਹੈ, ਉਹਨਾਂ ਦਾ ਹੌਸਲਾ ਕਿੰਨਾ ਹੈ, ਉਹ ਕਿੰਨੀ ਲੰਬੀ ਸੋਚ ਦੇ ਮਾਲਕ ਨੇ। ਕਿਸੇ ਨੂੰ ਇੰਨੇ ਲੰਬੇ ਸੰਘਰਸ਼, ਕਿਸੇ ਨੂੰ ਢੀਮ ਨਹੀਂ ਮਾਰੀ ਹਲੇ ਤੱਕ। ਤੁਹਾਨੂੰ ਇਹਨਾਂ ਦਾ ਇਤਿਹਾਸ ਪਤਾ ਹੈ। ਮੇਰੀ ਸਿਰਫ ਇੱਕੋ ਬੇਨਤੀ ਹੈ, ਆਪਾਂ ਜੇ ਗੱਲ ਨਾਲ ਹੱਲ ਕਰਨਾ ਹੈ ਤੇ ਗੱਲਬਾਤ ਕਰੋ। ਤੁਸੀਂ ਲੋਕ ਸਭਾ ਦੇ ਵਿੱਚ ਬਹੁਮਤ ਦੇ ਰਾਹੀਂ ਧੱਕੇ ਜੋਰੀ ਦੇ ਨਾਲ ਇਹ ਬਿੱਲ ਪਾਸ ਕਰਾ ਲਏ। ਤੁਹਾਨੂੰ ਸਭ ਪਤਾ ਸੀਗਾ ਕਿ ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਨਹੀਂ ਹੋਣੇ। ਉੱਥੇ ਕਾਵਾਂ ਰੌਲੀ ਇੰਨੀ ਪਵਾ ਦਿੱਤੀ, ਇੱਕ ਰਾਜ ਸਭਾ ਦਾ ਮੈਂਬਰ ਪਾਰਲੀਮੈਂਟ ਕਹਿ ਦਵੇ ਕਿ ਮੈਂ ਡਿਵੀਜ਼ਨ ਚਾਹੁੰਦਾ, ਮਤਲਬ ਕਿ ਮੈਂ ਵੋਟਿੰਗ ਚਾਹੁੰਦਾ ਇਸ ਬਿੱਲ ਦੇ ਉੱਤੇ, ਤੇ ਉਹਨੂੰ ਦੇਣਾ ਪੈਂਦਾ। ਤੁਸੀਂ ਉਸ ਰੌਲੇ ਰੱਪੇ ਦੇ ਵਿੱਚ ਹੀ ਬਿੱਲ ਪਾਸ ਕਰਾ ਲਏ। ਹੁਣ ਅੱਜ ਦੂਸਰੀ ਗੱਲ ਹੈ, ਜੂਨ ਦੇ ਮਹੀਨੇ 'ਚ ਇਹ ਤੁਸੀਂ ਆਰਡੀਨੈਂਸ ਲੈਣ ਦਾ ਮਤਲਬ ਕਿ ਬਿੱਲ ਲਾਗੂ ਹੋ ਗਿਆ ਇਸ ਦੇਸ਼ ਦੇ ਵਿੱਚ। ਜੂਨ ਤੋਂ ਲੈ ਕੇ ਦਸੰਬਰ ਆ ਗਿਆ, 7 ਮਹੀਨੇ ਚੱਲ ਰਹੇ ਨੇ। ਕਿਹੜੇ ਕਿਸਾਨ ਦੀ ਫਸਲ ਤੁਸੀਂ ਐਮਐਸਪੀ ਤੋਂ ਵੱਧ ਖਰੀਦ ਲਈ? ਕੋਈ ਇੱਕ ਕਿਸਾਨ ਹੱਥ ਖੜਾ ਕਰਾ ਲਓ ਜਿਹਨੇ ਐਮਐਸਪੀ ਤੋਂ ਵੱਧ ਰੇਟ ਲੈ ਲਿਆ ਹੋਵੇ। ਕੋਈ ਇੱਕ ਕਾਰੋਬਾਰੀ ਦਿਖਾ ਦਿਓ ਜਿਹਨੇ ਜਾ ਕੇ ਮੰਡੀਆਂ 'ਚੋਂ ਫਸਲ ਖਰੀਦੀ ਹੋਵੇ। ਕੋਈ ਇੱਕ ਤੁਸੀਂ ਓਪਨ ਮੰਡੀ ਦੀ ਗੱਲ ਕਰ ਲਵੋ। ਕੁਝ ਨਹੀਂ ਹੋਇਆ 7 ਮਹੀਨਿਆਂ ਦੇ ਵਿੱਚ। ਇੱਕ ਤੁਹਾਡੇ ਬੜੇ ਸੂਝਵਾਨ ਤੇ ਸਿਆਣੇ ਮੰਤਰੀ ਨੇ ਇਹ ਕਹਿ ਦਿੱਤਾ ਕਿ ਤੁਸੀਂ ਕਿਸਾਨ ਭਰਾਓ, ਇਹ ਕਾਨੂੰਨ 2 ਸਾਲ ਲਈ ਲਾਗੂ ਹੋ ਲੈਂਦੇ ਹੋ, ਜੇ ਤੁਹਾਨੂੰ ਠੀਕ ਨਹੀਂ ਲੱਗਣਗੇ ਤੇ ਤੁਸੀਂ ਇਹ ਕਾਨੂੰਨ ਵਾਪਸ ਕਰ ਲਿਓ। ਤੇ ਬੜਾ ਸੋਹਣਾ ਸੁਹਿਰਦ ਵਿਚਾਰ ਸੀਗਾ ਉਹਨਾਂ ਦਾ। ਤੇ ਇਸੇ ਚੀਜ਼ ਨੂੰ ਦੂਜੇ ਪਾਸਿਓਂ ਵੇਖ ਲਓ, ਕਿਸਾਨ ਹੁਣ ਇਹ ਕਹਿ ਰਹੇ ਨੇ ਵੀ ਤੁਸੀਂ 2 ਸਾਲ ਸ਼ਾਸਕ ਜੀ ਤੁਸੀਂ ਗੱਦੀ ਛੱਡ ਦਿਓ, ਜੇ ਸਾਡਾ ਦੇਸ਼ ਝੱਲੋਂ ਨੀਵਾਂ ਹੋ ਜਾਏਗਾ, ਸਾਡੇ ਕੋਲ ਨਹੀਂ ਤੁਰਿਆ ਜਾਏਗਾ, ਮੁੜ ਕੇ ਤੁਸੀਂ ਫਿਰ ਪ੍ਰਧਾਨ ਮੰਤਰੀ ਬਣ ਜਾਣਾ। ਇਹ ਕਿਹੋ ਜਿਹਾ ਵਿਚਾਰ ਰਹੇਗਾ ਤੁਹਾਡੇ ਲਈ?